मैं क्या करें जिन्हें पैसे तो बिल्डिंग बच गई उत्थे कोई वो नहीं अब बेसमेंट करते भी उत्थे कोई रौला नहीं है इन्होंने चेते आ गई हुण ਜਿਹੜੀ ਬਿਲਡਿੰਗ ਦੇ ਸਾਰੇ ਪੈਸੇ ਜਮ੍ਹਾਂ ਹੋਏ ਹੋਏ ਆ ਉਹ ਬਿਲਡਿੰਗ ਸਾਰੀ ਢਾਈ ਜਾਂਦੇ ਪਏ ਆ 6,42,000 ਦੀ ਸਾਡੇ ਕੋਲ ਰਸੀਦ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਵੀ ਬਿਲਡਿੰਗ ਢਾ ਰਹੇ ਆ ਇਹ ਪਿਛਲੀ ਗਲੀ ਤੇ ਮਹੱਲੇ 'ਚ ਲੱਗਦੀ ਗਲੀ ਸਾਰੇ ਡਾਕੂਮੈਂਟ ਅਸੀਂ ਕਾਰਪੋਰੇਸ਼ਨ ਚ ਲਾਏ ਹੋਏ ਆ ਕਿ ਕਾਰਪੋਰੇਸ਼ਨ ਨੂੰ ਸਾਰੇ ਕਾਗਜ਼ ਦਿੱਤੇ ਹੋਏ ਆ ਕਿ ਇਹਦੀ ਜਗ੍ਹਾ ਦੀ ਰਜਿਸਟਰੀ 454 ਗਜ ਇਹਦਾ ਮਾਲਕ ਹੈਗਾ ਸੁਨੀਤਾ ਰਾਣੀ ਵਾਈਫ ਆਫ ਰਜਿੰਦਰ ਕੁਮਾਰ ਸਰ ਪਤਾ ਨਹੀਂ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਕੀ ਕਰ ਰਹੇ ਆ ਅਸੀਂ ਸ਼ਰੀਫ ਬੰਦੇ ਅਸੀਂ ਦੁਕਾਨਦਾਰ ਬੰਦੇ ਆ ਇਹ ਹਰ ਜਗ੍ਹਾ ਧੱਕਾ ਕਰਦੇ ਆ ਪਿਛਲੇ ਮਹੱਲੇ ਦੀ ਗਲੀ ਹੈ ਆ ਪਿਛਲੇ ਮਹੱਲੇ ਦੀ ਗਲੀ ਹੈ ਇਹ ਗਲੀ ਆਰ ਪਾਰ ਨਿਕਲਦੀ ਹੈ ਆਰ ਪਾਰ ਗਲੀ ਹੈ ਪਿਛਲੇ ਮਹੱਲੇ ਗਲੀ ਦਾ ਕਬਜ਼ਾ ਕੀਤਾ ਹੋਇਆ ਗਲੀ ਦਾ ਕਬਜ਼ਾ ਕੀਤਾ ਪਾਰਕ ਸਰ ਬਹੁਤ ਦੇਰ ਦੀ ਹੈਗੀ ਆ ਇਹ ਬੰਦੇ ਨੇ ਕਬਜ਼ਾ ਕੀਤਾ ਪਾਰਕ ਸਰ ਇਹ ਬਣੀ ਆ 2015-16 ਚ ਅੱਛਾ ਇੱਕ ਹੋਰ ਤੁਹਾਨੂੰ 15 ਤੋਂ ਪਹਿਲਾਂ ਇਹ ਗਲੀ ਚੱਲਦੀ ਬਿਲਕੁਲ ਜੀ ਬਿਲਕੁਲ ਇੱਕ ਤੁਹਾਨੂੰ ਹੋਰ ਵਧੀਆ ਗੱਲ ਦੱਸਦਾ ਮੈਂ ਕਾਰਪੋਰੇਸ਼ਨ ਨੂੰ ਇੰਨਾ ਵੀ ਨਹੀਂ ਪਤਾ ਹੈਗਾ ਕਿ ਇਹ ਬੰਦੇ ਨੇ ਕੇਸ ਲਾਇਆ ਕੇਸ ਦੇ ਵਿੱਚ ਕੋਈ ਇਹਨੇ ਪੈਸਾ ਨਹੀਂ ਜਮ੍ਹਾਂ ਕਰਾਇਆ 1 ਰੁਪਈਆ ਨਹੀਂ ਜਮ੍ਹਾਂ ਕਰਾਇਆ ਬਿਲਡਿੰਗ ਬਣਾਉਣ ਦੇ ਲਈ ਜਿਹੜੇ ਕਾਗਜ਼ ਲਾਏ ਆ ਉਹ ਕਿਸੇ ਹੋਰ ਪ੍ਰਾਪਰਟੀ ਦੇ ਇੱਥੇ ਲਾਤੇ ਉਹਦੇ ਮਨਜ਼ੂਰ ਹੋ ਰਹੇ ਆ ਅਸੀਂ 6,42,000 ਰੁਪਏ ਜਮ੍ਹਾਂ ਕਰਾਇਆ ਵਾ CLU ਅਸੀਂ ਕਟਾਇਆ ਹੋਇਆ 266 ਗਜ ਸਾਡੀ ਆਪਣੀ ਰਜਿਸਟਰੀ ਆ 1 ਇੰਚ ਫਾਲਤੂ ਨਹੀਂ ਹੈਗੀ 1 ਸਿੰਗਲ ਇੰਚ ਵੀ ਫਾਲਤੂ ਨਹੀਂ ਹੈਗੀ ਉਹ ਜਿਹੜਾ ਬੰਦਾ ਹੈਗਾ 454 ਗਜ ਦੀ ਰਜਿਸਟਰੀ ਆ ਉਹਦੇ ਵਿੱਚ ਕਲੀਅਰ ਡਾਈਮੈਂਸ਼ਨ ਲਿਖੀ ਹੋਈ ਆ ਕਿ 144 ਗਜ ਦੇ ਪੈਸੇ ਸਰਕਾਰ ਨੇ ਬੰਦੇ ਨੂੰ ਦੇਤੇ ਆ ਉਹਦੀ ਰਸੀਦ ਵੀ ਨਾਲ ਲੱਗੀ ਹੋਈ ਆ ਅਸੀਂ ਸਾਰੇ ਕਾਗਜ਼ ਕਾਰਪੋਰੇਸ਼ਨ 'ਚ ਦਿੱਤੇ ਹੋਏ ਆ ਉਹਦੇ ਦੇ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਬਸ ਸਾਡੇ ਗਰੀਬ ਨਾਲ ਧੱਕਾ ਹੋ ਰਿਹਾ ਅਸੀਂ ਮਰ ਜਾਈਏ ਹੁਣ ਅਸੀਂ ਕੀ ਚਾਹੁੰਦੇ ਆ ਪ੍ਰਬੰਧਕ ਸਰਕਾਰ ਇਹੀ ਚਾਹੁੰਦੀ ਆ ਕਿ ਕੰਮ ਤੋਂ ਦੁਕਾਨਦਾਰ ਮਰ ਜਾਵੇ ਜ਼ਹਿਰ ਖਾ ਲਵੇ ਅਸੀਂ ਸਾਡੀ ਬਿਲਡਿੰਗ ਦਾ ਅਸੀਂ ਮਰ ਜਾਈਏ ਅਸੀਂ ਕੀ ਕਰੀਏ ਅਸੀਂ ਸਾਰੇ ਸਾਨੂੰ ਕਾਰਪੋਰੇਸ਼ਨ ਕਹਿੰਦੀ ਰਹੀ ਆ ਪੈਸੇ ਜਮ੍ਹਾਂ ਕਰਾਓ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਅਸੀਂ ਤੁਹਾਡੇ ਨਾਲ ਆ ਕਾਰਪੋਰੇਸ਼ਨ ਇਹ ਕਰਦੀ ਪਈ ਸਾਡੇ ਨਾਲ ਸਾਡੇ ਤੋਂ ਕਿਹੜੀ ਵਪਾਰੀਆਂ ਦੇ ਨਾਲ ਆ ਸਾਨੂੰ ਧੋਖੇ 'ਚ ਰੱਖ ਕੇ 6 ਲੱਖ ਆ ਸਾਡੇ ਨਾਲ ਆ 266 ਗਜ ਸਾਡੇ ਕੋਲ ਦਿੱਤੀ ਆ ਜੇ 1 ਇੰਚ ਵੀ ਸਾਡੀ ਜਗ੍ਹਾ ਫਾਲਤੂ ਹੋਵੇ 1 ਇੰਚ ਵੀ ਮੈਂ ਕਹਿੰਦਾ ਮਿਹਨਤੀ ਕੀਤੀ ਜਾਵੇ ਜੇ ਮੇਰੀ ਜਗ੍ਹਾ 1 ਇੰਚ ਵੀ ਫਾਲਤੂ ਨਿਕਲਦੀ ਆ ਢਾਹ ਦਿਓ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੋਊਗਾ ਉਹ ਅਸੀਂ 266 ਗਜ ਦੇ ਮਾਲਕ ਆ ਅਸੀਂ 266 ਗਜ ਬਣਾਈ ਆ ਅਸੀਂ 1 ਇੰਚ ਵੀ ਨਹੀਂ ਫਾਲਤੂ ਬਣਾਈ ਆ ਬੰਦਾ ਜਿਹੜਾ 454 ਗਜ 188 ਗਜ ਗਲੀ ਦੱਬੀ ਹੋਈ 144 ਗਜ ਦਾ ਪਾਰਕ ਦੱਬਿਆ ਹੋਇਆ ਉਹ ਸਾਰੇ ਕਾਗਜ਼ ਲੱਗੇ ਹੋਏ ਕਿੰਨੇ ਸਾਲ ਹੋ ਗਏ ਉਹਦੀ ਕੋਈ ਨਹੀਂ ਹੋਏਗਾ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਬੈਠਾ ਵਾ ਇੰਪਰੂਵਮੈਂਟ ਟੈਸਟ ਨੂੰ ਅਸੀਂ ਕਹ ਲੋ ਪੇਪਰ ਦਿਖਾਓ ਕਿੰਨਾ ਟਾਈਮ ਜਿਹੜੀ ਬਿਲਡਿੰਗ ਦੇ ਸਾਰੇ ਪੈਸੇ ਜਮ੍ਹਾਂ ਹੋਏ ਹੋਏ ਆ ਉਹ ਬਿਲਡਿੰਗ ਸਾਰੀ ਢਾਈ ਜਾਂਦੇ ਪਏ ਆ ਕੋਈ ਸਾਨੂੰ ਦੱਸਦੇ ਨਹੀਂ ਪਏ ਕੋਈ ਇਨਫੋਰਮੇਸ਼ਨ ਨਹੀਂ ਦੇ ਰਹੇ ਕੋਈ ਸਾਨੂੰ ਪੇਜ ਨਹੀਂ ਦੇ ਰਹੇ ਕੋਈ ਕੁਛ ਨਹੀਂ ਦੇ ਰਹੇ ਕੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਸਭ ਕੁਝ ਧੱਕਾ ਹੋ ਰਿਹਾ ਕਿ ਸਰੇਆਮ ਧੱਕਾ ਹੋ ਰਿਹਾ ਵਾ ਜਿਹੜੀ ਬਿਲਡਿੰਗ ਢਾਈ ਗਈ ਨਾਲ ਦੀ ਬਿਲਡਿੰਗ 'ਚ ਐਂਟਰੀ ਕੀਤੀ ਹੈ ਉਹਦੇ ਦੇਖੋ ਬਿਲਕੁਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਰਾ ਕੰਮ ਕਰਦੇ ਪਏ ਆ ਇਹਨਾਂ ਨੇ ਬਿਲਡਿੰਗ ਢਾਣੀ ਸ਼ੁਰੂ ਕੀਤੀ ਲਾਈਟ ਕੱਟ ਗਈ ਕਿਉਂਕਿ ਇਹਨਾਂ ਦੀ JCB ਮਸ਼ੀਨ ਦਾ ਤਾਰ ਟੁੱਟ ਗਈ ਨਾਲ ਦੇ ਦੀ ਬਿਲਡਿੰਗ 'ਚੋਂ ਤਾਰ ਲੈ ਰਹੇ ਆ ਉੱਥੋਂ ਦੀ ਲੈ ਕੇ ਸਾਡੀ ਬਿਲਡਿੰਗ ਢਾ ਰਹੇ ਆ ਕੀ ਉਹ ਆ ਕੋਈ ਇਹਨਾਂ ਕੋਲ ਜਿਹੜਾ ਗਵਾਂਢੀ ਹੈਗਾ ਗਲੀ ਤੇ ਕਬਜ਼ਾ ਕੀਤਾ ਹੋਇਆ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹਰ ਚੀਜ਼ ਹੋਈ ਹੈ ਪਾਰਕ ਨੂੰ ਦੱਬਿਆ ਹੋਇਆ ਉਹਨੇ ਸਾਰੇ ਕਾਗਜ਼ ਉਹਨਾਂ ਦੇ ਲਾਏ ਹੋਏ ਆ ਉਹਦੇ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਇੱਕ ਬੰਦਾ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਦੀ ਕਮਾਈ ਤੋਂ ਬਾਅਦ ਇੱਕ ਬਿਲਡਿੰਗ ਬਣਾ ਰਿਹਾ ਵਾ ਛੋਟੀ ਜੀ ਉਹਨੂੰ ਢਾਣ ਦੇ ਲਈ ਫਟਾਫਟ ਤਿਆਰ ਹੋ ਗਏ ਆ ਇੱਕ ਬੰਦਾ ਪਿਆ 800 ਗਜ ਦੀ ਜਗ੍ਹਾ ਨੂੰ ਲੈ ਕੇ ਉਹਦੇ ਤੇ ਕਬਜ਼ਾ ਕੀਤਾ ਹੋਇਆ ਸਰਕਾਰੀ ਜਗ੍ਹਾ ਦੇ ਉੱਪਰ ਪਾਰਕ ਦੇ ਉੱਪਰ ਕਬਜ਼ਾ ਕਰਕੇ ਬੈਠਾ ਹੋਇਆ ਉਹਨੂੰ ਕਾਰਪੋਰੇਸ਼ਨ ਨੂੰ ਨਹੀਂ ਦਿਖਦਾ ਪਿਆ ਉਹ ਕਿ ਪਾਰਕ ਦੇ ਉੱਪਰ ਕਬਜ਼ਾ ਕੀਤਾ ਹੋਇਆ ਮੈਂ ਸਾਰੇ ਕਾਗਜ਼ ਲਾਏ ਹੋਇਆ ਉੱਥੇ ਕਾਰਪੋਰੇਸ਼ਨ ਨਹੀਂ ਹੋਈ ਹੈ ਉੱਥੇ ਕਾਰਪੋਰੇਸ਼ਨ ਨੂੰ ਨਹੀਂ ਦਿਖਦਾ ਪਿਆ ਹੈਗਾ ਉਹ ਬੰਦਾ ਸਰੇਆਮ ਧੱਕਾ ਕਰਦਾ ਪਿਆ ਬਦਮਾਸ਼ੀ ਦਿਖਾ ਰਿਹਾ ਸਾਨੂੰ ਕਿ ਮੈਂ ਬਦਮਾਸ਼ ਹੈਗਾ ਵਾ ਕਹਿੰਦਾ ਮੈਂ ਜਿੱਥੇ ਲੈਣਾ ਬਦਮਾਸ਼ੀ ਵਾਲਾ ਕੰਮ ਕਰਦਾ ਵਾ ਮਾਰਨ ਨੂੰ ਆਂਦਾ ਜੀ ਮਾਰਨ ਨੂੰ ਆਂਦਾ ਸਾਨੂੰ ਸਾਨੂੰ ਤਾਂ ਉਹਦੇ ਤੋਂ ਜਾਨ ਦਾ ਵੀ ਖਤਰਾ ਵਾ ਸਾਨੂੰ ਤਾਂ ਉਹਦੇ ਤੋਂ ਜਾਨ ਦਾ ਵੀ ਖਤਰਾ ਵਾ ਧਮਕੀਆਂ ਦਿੰਦਾ ਰਸਤੇ 'ਚ ਰੋਕ ਲੈਂਦਾ ਸਾਨੂੰ ਵੀ ਤੁਹਾਡੀ ਬਿਲਡਿੰਗ ਢਵਾ ਕੇ ਹਟੂੰਗਾ ਮੈਂ ਪਤਾ ਨਹੀਂ ਕੀ ਅਫਸਰ ਲੱਗਿਆ ਹੋਇਆ ਕਹਿੰਦਾ ਵਾ ਕਿ ਮੇਰੀਆਂ ਦੁਕਾਨਾਂ ਕਿਰਾਏ ਤੇ ਚੜੀਆਂ ਹੋਈਆਂ ਵਾ ਉਹਨੂੰ ਬੰਦੇ ਨੂੰ ਪੈਸੇ ਦਿਓ PL ਪਾਈ ਹੈ ਕਹਿੰਦਾ ਮੈਂ ਪਰਸਨਲ ਇੰਟਰਸਟ ਨਹੀਂ ਹੈਗਾ ਮੇਰਾ ਕੋਈ ਪਰ ਮੇਰੇ ਕੋਲ ਰਿਕਾਰਡਿੰਗ ਹੈਗੀ ਇਸ ਬੰਦੇ ਦੀ ਮੈਨੂੰ ਕਹਿ ਰਿਹਾ ਹੈਗਾ ਕਿ ਤੂੰ ਉਹ ਦੁਕਾਨਾਂ ਖਾਲੀ ਕਰਾ ਕੇ ਦੇ ਤਾਂ ਮੈਂ ਕੇਸ ਵਾਪਸ ਲਊਂਗਾ ਕਿਉਂ ਉਹ ਦੁਕਾਨਾਂ ਇਹਦੀਆਂ ਦੁਕਾਨਾਂ ਵਾ ਇਹ ਮਾਲਕ ਆ ਇੰਨੇ ਕਿਰਾਏ ਤੇ ਚੜੀਆਂ ਹੋਈਆਂ ਵਾ ਅੱਜ ਅਗਲੇ ਬੈਠੇ ਹੋਏ ਆ ਅਗਲੇ ਕੋਰਟ ਚੋਂ ਕੇਸ ਜਿੱਤ ਚੁੱਕੇ ਹੈਗੇ ਆ ਹੁਣ ਉਹਨਾਂ ਤੇ ਬਦਮਾਸ਼ੀ ਕਰਦਾ ਪਿਆ ਵਾ ਸਾਨੂੰ ਥ੍ਰੈਡ ਦੇ ਕੇ ਮੈਨੂੰ ਖੁਦ ਨੂੰ ਕੱਲ ਥ੍ਰੈਡ ਦੇ ਰਿਹਾ ਸੀਗਾ ਕਿ ਤੂੰ ਪੈਸੇ ਦੇ ਉਹਦੇ ਉਹ 35 ਲੱਖ ਮੰਗਦਾ ਵਾ 40 ਲੱਖ ਮੰਗਦਾ ਜੋ ਮੰਗਦਾ ਤੂੰ ਦੇ ਨਹੀਂ ਤਾਂ ਮੈਂ ਤੇਰੀ ਬਿਲਡਿੰਗ ਢਵਾ ਦਾਂਗਾ ਅੱਜ ਉਹੀ ਕੰਮ ਕਰ ਰਿਹਾ ਜੀ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਚਲੋ ਤੁਹਾਨੂੰ ਉਹ ਗਲੀ ਜਿਹੜੇ ਹੁਣ
ਵਾਪਸ ਚਲੇ ਗਏ ਨੇ। ਸੋ ਬਿਲਡਿੰਗ ਜਿਹੜੀਆਂ ਉਹਨਾਂ ਵੱਲੋਂ ਜਿੰਨੀ ਢਾਈ ਗਈ ਸੀ ਉੱਥੇ ਰੋਕ ਦਿੱਤੀ ਗਈ ਹੈ। ਸੋ ਹੁਣ ਕੀ ਅਗਲਾ ਟਾਈਮ ਦਿੱਤਾ ਗਿਆ ਜਾਂ ਦੁਬਾਰਾ ਤੋੜਨਗੇ, ਕਿਸ ਤਰ੍ਹਾਂ ਜਾਂ ਬਾਅਦ ਚ ਆਉਣਗੇ? ਹਾਈ ਕੋਰਟ ਦੇ ਆਰਡਰ ਹੈ ਜੀ ਤੇ ਹਾਈ ਕੋਰਟ ਦੇ ਆਰਡਰਾਂ ਦੀ ਅਸੀਂ ਹੁਣ ਮੰਨਣੇ ਪੈਣੇ ਆ ਜੀ। ਕੋਰਟ ਹੈ, ਉਹਨਾਂ ਦਾ ਸਨਮਾਨ ਹੈ। ਉਹਨਾਂ ਕੋਲੋਂ ਬੇਨਤੀ ਕੀਤੀ ਸੀਗੀ ਕਿ ਭਾਈ ਥੋੜਾ ਸਮਾਂ ਸਾਨੂੰ ਦੇ ਦਿਓ। ਕਮਿਸ਼ਨਰ ਸਾਹਿਬ ਨੂੰ ਚੱਲੇ ਆ ਮਿਲਣ ਵਾਸਤੇ, ਬਸ ਇੱਕੋ ਗੱਲ ਸਮਝ ਨਹੀਂ ਲੱਗਦੀ ਵੀ 6,42,000 ਰੁਪਈਆ ਇਹਨਾਂ ਕੋਲੋਂ ਫੀਸ ਲੈ ਲਈ ਜੀ, ਕੰਪਾਊਂਡਿੰਗ ਫੀਸ ਲਿੱਤੀ ਹੋਈ ਹੈ, ਫਿਰ ਵੀ ਬਿਲਡਿੰਗ ਢਾਈ ਜਾ ਰਹੀ ਹੈ। ਉਹ ਕਹਿੰਦੇ ਨੇ ਕੰਪਾਊਂਡਿੰਗ ਫੀਸ ਲਈ ਜਿਹੜਾ ਲੀਗਲ ਏਰੀਆ ਹੈਗਾ ਉਹਦੀ ਲਈ ਹੈ, ਜਿਹੜਾ ਨਜਾਇਜ਼ ਹੈਗਾ ਉਹਦੀ ਨਹੀਂ ਲਈ ਅਸੀਂ। ਹੁਣ ਉਹਦੇ ਲਈ ਅਦਿੱਤਿਆ ਸਰ ਕੋ ਚੱਲੇ ਆ ਕਮਿਸ਼ਨਰ ਸਾਹਿਬ ਕੋ, ਉਹਨਾਂ ਨਾਲ ਮੀਟਿੰਗ ਕਰਾਂਗੇ ਜੀ। ਜਿਹੜੀ ਕੋਈ ਬਾਕੀ ਕੋਈ ਫੀਸ ਰਹਿੰਦੀ ਹੋਈ ਉਹ ਵੀ ਜਮ੍ਹਾਂ ਕਰਾਵਾਂਗੇ ਜੀ। ਕੋਰਟ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਜਿਹੜੀ ਜਿੱਦਾਂ ਓਪੀਨੀਅਨ ਜਿੱਦਾਂ ਉਹ ਸਾਨੂੰ ਕਮਿਸ਼ਨਰ ਸਾਹਿਬ ਸਲਾਹ ਦੇਣਗੇ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ। ਬਾਕੀ ਰਹਿ ਗਈ ਗੱਲ, ਜਿੱਥੇ ਵੀ ਮੈਂ ਵੇਖਿਆ ਇਨਲੀਗਲ ਬਿਲਡਿੰਗਾਂ ਅੱਧੇ ਸ਼ਹਿਰ 'ਚ ਬਣ ਰਹੀਆਂ, ਉੱਥੇ ਕਾਰਵਾਈ ਨਹੀਂ ਹੁੰਦੀ ਜਿੱਥੇ ਪੈਸੇ ਮਿਲ ਜਾਂਦੇ ਨੇ, ਤੇ ਜਿੱਥੇ ਵਿਚਾਰਾ ਕੋਈ ਮਾਤੜ ਬੰਦਾ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਉੱਥੇ ਹਾਲਾਤ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਚੁੱਕੇ ਆ। ਗੱਲ ਕੀਤੀ ਸੀ ਆਫੀਸਰ ਏਡੀਪੀ ਨੇ ਕਿਹਾ ਵੀ ਅਸੀਂ ਉੱਥੇ ਵੀ ਕਾਰਵਾਈ ਕਰਾਂਗੇ, ਕਹਿੰਦੇ। ਬਿਲਕੁਲ ਜੀ, ਜੇ ਕਰਨਗੇ ਤਾਂ ਨਾ ਭਾਜੀ, ਤੁਸੀਂ ਬਹੁਤ ਪੁਰਾਣੇ ਤੇ ਸਿਆਣੇ ਪ੍ਰੈਸ ਰਿਪੋਰਟਰ ਹੋ, ਅਸੀਂ ਤੁਹਾਨੂੰ ਹਮੇਸ਼ਾ ਸੁਣਦੇ ਆਏ ਆ। ਤੇ ਤੁਸੀਂ ਸਿਰਫ ਹੁਣ ਜਦੋਂ ਰਸਤੇ 'ਚ ਜਾਣਾ ਵਾ 10 ਬਿਲਡਿੰਗਾਂ ਤੁਹਾਨੂੰ ਨਜ਼ਰ ਆਈਆਂ ਜੀ ਬੰਦੀਆਂ ਹੋਈਆਂ, ਤੇ ਉਹਨਾਂ ਦੀ ਫੀਸ ਕਿੱਥੇ ਜਮ੍ਹਾਂ ਹੋਈ ਹੈ? ਉਹ ਪਰਸਨਲ ਖਾਤੇ 'ਚ ਜਮ੍ਹਾਂ ਹੋ ਰਹੀ ਹੈ, ਸਰਕਾਰ ਦੇ ਖਾਤੇ 'ਚ ਨਹੀਂ ਜਮ੍ਹਾਂ ਹੋਈ। ਜਦੋਂ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋਈ ਆਪੇ ਪਤਾ ਲੱਗ ਜਾਏਗਾ। ਵੱਡਾ ਐਲੀਗੇਸ਼ਨ ਲਾ ਰਹੇ ਹੋ ਇਸ ਦੇ ਉੱਤੇ ਕੀ ਸਰਕਾਰ ਦੇ ਖਾਤੇ 'ਚ? ਭਾਜੀ ਨੈਚੁਰਲੀ ਗੱਲ ਹੈ, ਜਦੋਂ ਸਰਕਾਰੀ ਰਸੀਦ ਕੱਟੀ ਜਾਏਗੀ ਉਹ ਸਰਕਾਰ ਦੇ ਖਾਤੇ ਜਮ੍ਹਾਂ ਹੁੰਦੀ ਹੈ। ਜਾਓ ਤੁਸੀਂ ਹੁਣ ਭਾਜੀ, ਮੈਂ ਤੁਹਾਨੂੰ ਵੀ ਕਹਿ ਰਿਹਾ, ਤੁਸੀਂ ਹੁਣ ਜਿਹੜੇ ਵੀ ਰਸਤੇ ਜਾਣਾ ਹੈ ਜਾਂਦੇ ਆ ਬਿਲਡਿੰਗ ਦੀ ਫੋਟੋ ਖਿੱਚ ਲਈਓ ਭਾਈ, ਪਤਾ ਲੱਗ ਜਾਏਗਾ। ਸ਼ਹਿਰ 'ਚ 50 ਬਿਲਡਿੰਗਾਂ ਬੰਦੀਆਂ ਹੋਣਗੀਆਂ, 100 ਬੰਦੀਆਂ ਹੋਣਗੀਆਂ। ਹੁਣ ਤੁਸੀਂ ਨਿਗਮ ਕਮਿਸ਼ਨਰ ਨਾਲ ਮਿਲੋਗੇ ਜੀ, ਮੁਲਾਕਾਤ? ਬਿਲਕੁਲ ਜੀ ਬਿਲਕੁਲ, ਚੱਲੇ ਹੁਣ ਕਮਿਸ਼ਨਰ ਸਾਹਿਬ ਕੋਲ ਟਾਈਮ ਲੈ ਕੇ ਚੱਲੇ ਆ। ਹਾਂਜੀ ਹਾਂਜੀ ਸੀਗੇ, ਕਹਿੰਦੇ ਸਾਡੇ ਕੋਲ ਕੋਰਟ ਦੇ ਆਰਡਰ ਹੈਗੇ ਨੇ, ਹਾਂਜੀ। ਅਸੀਂ ਨਾਲ ਲੈ ਕੇ ਆਏ ਪਰ ਅਸੀਂ ਦੇਣੇ ਨਹੀਂ ਹੈਗੇ ਨੇ। ਕੋਰਟ ਦੇ ਆਰਡਰ ਤੁਹਾਡੇ ਕੋਲ ਆਏ ਨੇ? ਉਸ ਤੋਂ ਨਹੀਂ ਜੀ, ਸਾਡੇ ਕੋਲ ਹਾਂਜੀ ਪਹਿਲਾਂ ਆਰਡਰ ਆਏ ਸੀਗੇ, ਫਿਰ ਅਸੀਂ ਸੈਸ਼ਨ ਕੋਰਟ 'ਚ ਰਿਟ ਲਾਈ ਸੀਗੀ। ਸੈਸ਼ਨ ਕੋਰਟ ਵਾਲੇ ਕਹਿੰਦੇ ਹਾਈ ਕੋਰਟ 'ਚ ਲਾਓ। ਹੁਣ ਅਸੀਂ ਹਾਈ ਕੋਰਟ 'ਚ 3 ਦਿਨ ਹੋਏ ਹਲੇ ਲਾਈ ਨੂੰ, 3 ਦਿਨ ਵਿੱਚ ਸਾਨੂੰ ਹਲੇ ਡੇਟ ਪਈ ਨਹੀਂ ਹੈਗੀ। ਡੇਟ ਪਊਗੀ ਤਾਂ ਹੀ ਕੋਈ ਗੱਲ ਹੋਊਗੀ ਨਾ ਜੀ। ਡੇਟ ਹੁਣ ਪਊਗੀ ਤਾਂ ਉਦੋਂ ਤੱਕ ਇਹਨਾਂ ਨੇ ਵੇਟ। ਜਿਹੜੀ ਰਿਟ ਪਟੀਸ਼ਨ ਤੁਹਾਡੀ ਹੈਗੀ ਆ ਉਹ ਐਕਸੈਪਟ ਕਰ ਲਈ ਆ? ਹਾਂਜੀ ਹਾਂਜੀ ਹਾਂਜੀ, ਅੱਜ ਐਕਸੈਪਟ ਹੋ ਚੁੱਕੀ ਹੈ। ਅੱਜ ਹੀ ਅੱਜ ਸਾਰੇ ਕਾਗਜ਼ ਸਾਡੇ ਸਾਰੇ ਲੱਗ ਚੁੱਕੇ ਹੋ ਹਾਈ ਕੋਰਟ 'ਚ। ਹਾਂਜੀ ਜੀ। ਤੇ ਜੇ ਉਹ ਕਹਿੰਦੇ ਪਏ ਪਹਿਲਾਂ ਸਟੇ ਲੈ ਕੇ ਆਓ ਜੀ, ਪਹਿਲਾਂ ਕੇਸ ਲੜਾਂਗੇ, ਪਹਿਲਾਂ ਸੁਣਵਾਈ ਹੋਊਗੀ, ਉੱਥੇ ਹੀਅਰਿੰਗ ਦਵਾਂਗੇ ਤਾਂ ਹੀ ਸਟੇ ਮਿਲੂਗਾ। ਜਾਂ ਪਹਿਲਾਂ ਤਾਂ ਹੀ stay ਮਿਲੂਗਾ ਨਾ। ਅੱਜ ਡਿਮੋਲਿਸ਼ ਕਰਨ ਆਏ ਸੀਗੇ, ਇਹਦੇ ਬਾਰੇ ਤੁਹਾਨੂੰ ਕੋਈ ਨੋਟਿਸ ਸੀਗਾ? ਨਹੀਂ ਜੀ, ਹੁਣ ਕੋਈ ਨੋਟਿਸ ਨਹੀਂ, ਕੋਈ ਨੋਟਿਸ ਕਰਕੇ ਨਹੀਂ ਸਾਡੇ ਕੋਲ ਆਏ। ਸਾਨੂੰ ਤਾਂ ਇਹ ਸੀ ਵੀ ਅਸੀਂ ਹਾਈ ਕੋਰਟ 'ਚ ਲਾਤੀ, ਹੁਣ ਹਾਈ ਕੋਰਟ 'ਚ ਲਾਈ ਹੈ, ਕੋਈ ਉਹ ਚੱਲੂਗੀ, ਸੁਣਵਾਈ ਹੋਊਗੀ, ਫੇਰ ਹੀ ਪਤਾ ਲੱਗੂਗਾ। ਕੌਣ ਹੈਗਾ ਇਸ ਬਿਲਡਿੰਗ ਦਾ ਜੀ ਮੇਨ? ਮੇਰੇ ਮਦਰ ਨੇ ਜੀ। ਕੀ ਨਾਮ ਉਹਨਾਂ ਦਾ? ਊਸ਼ਾ ਰਾਣੀ। ਊਸ਼ਾ ਰਾਣੀ ਜੀ ਉਹਨਾਂ ਦਾ? ਹਾਂਜੀ। ਤਾਂ ਹੁਣ ਅੱਗੇ ਮਿਲਿਆ ਜਾਏਗਾ ਕਾਰਪੋਰੇਸ਼ਨ ਫਿਰ ਵੀ ਕਹੇਗੀ ਵੀ ਇਹ ਨਜਾਇਜ਼ ਹੈ, ਬਿਲਡਿੰਗ ਢਾਈ ਜਾਵੇ, ਫਿਰ ਇਹ ਤਾਂ ਹਾਈ ਕੋਰਟ ਦੇ ਆਰਡਰਾਂ ਨਾਲ ਹੀ ਚੱਲਣਾ ਪਊਗਾ ਨਾ ਜੀ ਆਪਾਂ ਨੂੰ। ਹਾਈ ਕੋਰਟ ਦੇ ਆਰਡਰਾਂ ਦੀ ਘੱਟੋ ਘੱਟ ਕਾਰਪੋਰੇਸ਼ਨ ਨੂੰ ਵੇਟ ਤਾਂ ਕਰਨੀ ਚਾਹੀਦੀ ਹੈ। ਹੁਣ ਜਦੋਂ ਅਸੀਂ ਐਪਲੀਕੇਸ਼ਨ ਉੱਥੇ ਲਾਤੀ ਤਾਂ ਹਾਈ ਕੋਰਟ ਦੇ ਆਰਡਰ ਦੁਬਾਰਾ ਵੇਟ 'ਚ ਤਾਂ ਆਪਾਂ ਨੂੰ ਰੱਖਣਾ ਪਊਗਾ ਨਾ। ਪਰ ਉਹ ਤਾਂ ਕਹਿ ਰਹੇ ਸਾਡੇ ਕੋਲ ਹੈਗੇ, ਅਸੀਂ ਤਾਂ ਪਹਿਲਾ ਆਰਡਰ ਸੀਗਾ ਜੀ, ਉਸ ਤੋਂ ਬਾਅਦ ਅਸੀਂ ਉਰੇ ਸੈਸ਼ਨ ਕੋਰਟ 'ਚ ਅਪੀਲ ਕਰੀ, ਉਹਨਾਂ ਨੇ ਸਟੇ ਦਾ ਆਰਡਰ ਲਾਇਆ ਤਾਂ ਉਹ ਕਹਿੰਦੇ ਨਹੀਂ ਤੁਸੀਂ ਸਟੇ ਉੱਥੇ ਲਾਓ, ਹਾਈ ਕੋਰਟ 'ਚ ਲਾਓ, ਕਿਉਂਕਿ ਹਾਈ ਕੋਰਟ ਤੋਂ ਆਈ ਹੈ। ਰਿਟ ਪਟੀਸ਼ਨ ਦਾ ਕੋਈ ਡਿਸੀਜਨ ਜਾਂ ਕੋਈ ਹਲੇ ਅੱਗੇ ਕੋਈ ਡਿਸੀਜਨ ਹਲੇ ਹੋਇਆ ਹੀ ਨਹੀਂ, ਹਲੇ ਕੋਈ ਆਇਆ ਨਹੀਂ ਡਿਸੀਜਨ ਹੈ। 3 ਦਿਨ ਤਾਂ ਹੋਏ ਹਲੇ ਲਾਈ ਨੂੰ। ਜਿਹੜੀ ਕਾਪੀ ਨਹੀਂ ਦਿਖਾਈ ਇਹਨਾਂ ਨੂੰ, ਜਿਹੜੀ ਦਿਖਾਈ ਹੈ ਜੀ, ਪਰ ਉਹ ਸੁਣਦੇ ਹੀ ਨਹੀਂ ਕਿਸੇ ਦੀ ਗੱਲ। ਸਾਨੂੰ ਤਾਂ ਆਰਡਰ ਹੈ ਜੀ, ਸਾਨੂੰ ਤਾਂ ਆਰਡਰ ਐਕਚੁਅਲ 'ਚ ਕੀ ਹੈ ਜੀ, ਦੇਖੋ ਇਹ ਸਾਡੀ ਬਿਲਡਿੰਗ ਆਪਣੀ ਹੈ, ਸਾਡੀ ਆਪਣੀ ਖਰੀਦੀ ਹੋਈ ਜਗ੍ਹਾ ਵਾ, ਕੋਈ ਇਹ ਤਾਂ ਨਹੀਂ ਇਲੀਗਲ ਹੈ। ਤੇ ਨਾਲ ਜਿਹੜੀ ਗਲੀ ਹੈ ਜੀ, ਉਹ ਗਲੀ ਲੀਗਲ ਇਲੀਗਲੀ ਬੰਦ ਕਰੀ ਹੋਈ ਹੈ, ਕਿਸੇ ਨੇ ਉੱਥੇ ਬਿਲਡਿੰਗ ਪਾ ਲਈ। ਉਹੀ ਬੰਦਾ ਸਾਡੇ ਮਗਰ ਹੈ ਜੀ, ਉਹ ਕਹਿੰਦਾ ਵੀ ਮੈਨੂੰ ਦੁਕਾਨਾਂ ਖਾਲੀ ਕਰਾ ਕੇ ਦਿਓ। ਲੋਕਾਂ ਦੀਆਂ ਦੁਕਾਨਾਂ ਅਸੀਂ ਕਿੱਦਾਂ ਖਾਲੀ ਕਰਾ ਕੇ ਦੇ ਸਕਦੇ ਹਾਂ ਦੱਸੋ? ਕੱਲ ਖਾਲੀ ਕਰਾ ਕੇ ਦੇ ਸਕਦੇ ਆਪਾਂ ਕਿਸੇ ਹੋਰ ਦੀ ਦੁਕਾਨ? ਅਗਲੇ ਦੀ ਦੁਕਾਨਾਂ ਨੇ, ਤੁਸੀਂ ਆਪਣੇ ਆਪ ਖਾਲੀ ਕਰਾਓ। ਗਲੀ ਬੰਦ ਹਾਂਜੀ, ਖੁੰਦਾ ਕੱਢੀ ਜਾ ਰਹੀ, ਉਹਦੇ ਵੱਲੋਂ ਖੁੰਦਾ ਕੱਢੀ ਜਾ ਰਹੀ ਇਹ ਖੁੰਦਾ ਕੱਢੀ ਜਾ ਰਹੀ। ਅਸੀਂ ਵੀ ਉਹਦੇ ਖਿਲਾਫ ਅਪੀਲ ਲਾਤੀ ਹੋਈ ਹੈ। ਸਾਡੀ ਲੀਗਲ ਬਿਲਡਿੰਗ ਹੈ, ਲੀਗਲ ਜਗ੍ਹਾ ਸਾਡੀ। ਖੁੰਦਕ ਦੀ ਲੜਾਈ ਹੈ ਸਾਰੀ ਇਹ ਬੇਸਿਕਲੀ। ਹੈ ਸਾਡੇ ਨਾਲ ਕਹਿ ਸਕਦੇ ਵੀ ਕਾਰਪੋਰੇਸ਼ਨ ਵਾਲੇ ਉਹਨਾਂ ਨੇ ਕਹੇ ਤਾਂ ਐਸੀ ਫਿਰ। ਹਾਂਜੀ ਬਿਲਕੁਲ, ਕਾਰਪੋਰੇਸ਼ਨ ਤਾਂ ਕਹਿ ਰਹੀ ਹੈ ਵੀ ਸਾਨੂੰ ਉਧਰੋਂ ਪ੍ਰੈਸ਼ਰ ਪੈ ਰਿਹਾ, ਅਸੀਂ ਕੀ ਕਰੀਏ? ਕਾਰਪੋਰੇਸ਼ਨ ਖੁਦ ਕਹਿ ਰਹੀ ਹੈ ਵੀ ਸਾਨੂੰ ਨਕਸ਼ਾ ਨਹੀਂ ਸੀਗਾ, ਕੋਈ ਕੁਝ ਨਹੀਂ ਸੀਗਾ। ਕਿੰਨੀ ਬਿਲਡਿੰਗ ਢਾਣੀ ਹੈ, ਕਿੰਨੀ ਬਿਲਡਿੰਗ ਕਿੰਨੀ ਨਕਸ਼ਾ ਤਾਂ ਹੋਣਾ ਚਾਹੀਦਾ ਨਾ। ਨਕਸ਼ਾ ਤਾਂ ਲੈ ਕੇ ਜਦੋਂ ਅਸੀਂ ਜਿਹੜੀ ਏਟੀਬੀ ਕੋਲੋਂ ਨਕਸ਼ਾ ਮੰਗਦੇ ਪਏ, ਕਹਿੰਦਾ ਸਾਡੇ ਕੋਲ ਕੁਝ ਨਹੀਂ ਹੈਗਾ। ਉਹ ਨੀਚੇ ਭੱਜ ਕੇ ਆ ਗਏ, ਉਹਨਾਂ ਕੋਲ ਕੋਈ ਸਵਾਲ ਹੀ ਨਹੀਂ, ਉਹਦਾ ਕੋਈ ਜਵਾਬ ਹੀ ਨਹੀਂ ਹੈਗਾ ਸਵਾਲ ਦਾ। ਵੀਡੀਓਜ਼ ਹੈ ਤੁਹਾਡੇ ਕੋਲ? ਹਾਂਜੀ ਹਾਂਜੀ ਵੀਡੀਓ ਹੈਗੀ ਆ, ਸਾਰੀ ਵੀਡੀਓ ਹੈਗੀ। ਦੇਖੋ ਜੀ, ਸਾਡੀ 6,42,000 ਭਰਿਆ। ਚਲੋ ਤੁਹਾਡੀ ਗੱਲ ਇਹ ਵੀ ਜਿਹੜੀ ਲੀਗਲ ਹੈ ਉਹ ਬਿਲਡਿੰਗ ਤਾਂ ਨਹੀਂ ਢਾਣੀ ਚਾਹੀਦੀ ਨਾ, ਉਹ ਵੀ ਉਹਨਾਂ ਨੇ ਢਾਤੀ ਉੱਪਰ ਜਾ ਕੇ, ਔਰ ਉਹ ਵੀ ਦੂਸਰੇ ਦੀ ਬਿਲਡਿੰਗ 'ਚੋਂ ਚੜ ਕੇ। ਦੂਸਰੇ ਦੀ ਬਿਲਡਿੰਗ 'ਚੋਂ ਚੜ ਸਕਦੇ ਆਪਾਂ? ਕਾਰਪੋਰੇਸ਼ਨ ਦੂਸਰੇ ਦੀ ਬਿਲਡਿੰਗ 'ਚੋਂ ਕਿੱਦਾਂ ਚੜ ਗਈ ਉੱਪਰ? ਔਰ ਤੁਸੀਂ ਲੋਕ ਲਾ ਲਿਆ ਜੀ, ਇਸ ਕਰਕੇ ਉਧਰੋਂ ਗਏ। ਨਹੀਂ ਜੀ ਨਹੀਂ, ਉੱਪਰ ਸੀੜੀਆਂ ਹੀ ਨਹੀਂ ਹੈਗੀ, ਲੋਕ ਕਿੱਧਰ ਲਾ ਲਿਆ ਜੀ ਅਸੀਂ? ਉੱਪਰ ਜਗ੍ਹਾ ਹੀ ਨਹੀਂ ਜਾਣ ਦੀ। ਰਸਤਾ ਬੰਦ ਕਰਤਾ ਤੁਸੀਂ। ਜਦੋਂ ਸਾਡੇ ਉੱਪਰ ਛੱਤ ਚੜਨ ਨੂੰ ਸੀੜੀਆਂ ਹੀ ਨਹੀਂ ਬਣਾਈਆਂ ਹੋਈਆਂ, ਫਿਰ ਕਿੱਦਾਂ ਚੜ ਜਾਂਦੀ ਉਹ? ਫਿਰ ਦੂਸਰੇ ਦੀ ਬਿਲਡਿੰਗ 'ਚੋਂ ਚੜ ਜਾਾਂਗੇ ਆਪਾਂ? ਕਿਸੇ ਦੀ ਬਿਲਡਿੰਗ ਢਾਣ ਲਈ ਆਪਾਂ ਦੂਸਰੇ ਦੀ ਬਿਲਡਿੰਗ 'ਚੋਂ ਚੜ ਸਕਦੇ ਆ? ਕਿਆ ਇਲੀਗਲ ਹੈ?
ਬੋਲੋ ਇਲੀਗਲ ਹੈ ਤਾਂ ਦੱਸੋ ਫਿਰ ਹੋਰ ਪਰਿਵਾਰ ਜਿਹੜੀ ਇਹਨਾਂ ਕੋਲ ਚੀਜ਼ ਆਪਣੇ ਦੀ ਕੋਲ ਜਿਹੜੀ ਜਗ੍ਹਾ ਦੇ ਅਸੀਂ ਪੈਸੇ ਭਰੇ ਹੋਏ ਆ ਉਹ ਜਗ੍ਹਾ ਕਿਵੇਂ ਢਾਤੀ ਉਹ ਜਗ੍ਹਾ ਕਿਵੇਂ ਢਾਈ ਹੁਣ ਤੁਸੀਂ ਕਮਿਸ਼ਨਰ ਨੂੰ ਮਿਲੋਗੇ ਜੀ ਹਾਂਜੀ ਕਮਿਸ਼ਨਰ ਨੂੰ ਤਾਂ ਮਿਲਾਂਗੇ ਹੀ ਹੁਣ ਜਾ ਕੇ ਠੀਕ ਹੈ ਜੀ ਬਿਨਾਂ ਆਰਡਰ ਤੇ ਐਂਟਰੀ ਕੀਤੀ ਹੈ ਬਿਨਾਂ ਆਰਡਰ ਤੇ ਸਾਡੇ ਹੋਟਲ ਦੇ ਅੰਦਰ ਐਂਟਰ ਕਰ ਲਏ ਹੈਗੇ ਆ ਛੱਤ ਜਾ ਕੇ ਉਹਨਾਂ ਨੇ ਢਾਤੀ ਹੋਈ ਹੈ ਸਾਨੂੰ ਜਾਂ ਬਿਲਕੁਲ ਢਾਤੀ ਸਾਨੂੰ ਆਰਡਰ ਪੇਸ਼ ਕੀਤੇ ਜਾਣ ਨਹੀਂ ਤਾਂ ਅਸੀਂ ਇੱਥੇ ਪਏ ਆ ਸਾਰੇ ਲੰਮੇ ਪਏ ਆ ਨਹੀਂ ਕਰਨ ਦਿਓਗੇ ਇਹ ਕੰਮ ਨਹੀਂ ਬਿਲਕੁਲ ਨਹੀਂ ਅਸੀਂ ਪਏ ਹੈਗੇ ਆ ਪਤਾ ਹੀ ਨਹੀਂ ਹੈਗਾ ਤੁਹਾਡਾ ਕੀ ਕੀ ਤੁਸੀਂ ਸਾਨੂੰ ਉਹਨਾਂ ਤੋਂ ਆਰਡਰ ਲੈ ਕੇ ਦਿਓ ਸਾਡੇ ਤੋਂ ਆਰਡਰ ਲੈ ਕੇ ਦਿਓ ਲੱਗਦਾ ਬਿਨਾਂ ਆਰਡਰ ਤੋਂ ਇਸ ਤਰ੍ਹਾਂ ਤੋੜ ਸਕਦੇ ਨੇ ਇਹ ਕਰਦੇ ਪਏ ਧੱਕਾ ਹੀ ਹੋ ਰਿਹਾ ਸਾਡੇ ਨਾਲ ਸਰ ਸਾਡੇ ਧੱਕਾ ਹੀ ਹੋ ਬਸ ਜਿੰਨਾ ਹੈ ਅੱਜ ਲੈ ਕੇ ਆਏ ਆਰਡਰ ਸਾਨੂੰ ਆਰਡਰ ਪੇਸ਼ ਕੀਤਾ ਜਾਵੇ ਵੀ ਇੰਨੇ ਆਰਡਰ ਅਸੀਂ ਲੈ ਕੇ ਆਏ ਹੈਗੇ ਆ ਤੇ ਬਾਕੀ ਨਜਾਇਜ਼ ਬਿਲਡਿੰਗਾਂ ਦੇ ਉੱਤੇ ਬਹੁਤ ਬਿਲਡਿੰਗਾਂ ਨੇ ਆ ਸਾਡੀ ਆ ਨਾਲ ਵਾਲੀ ਗਲੀ ਹੈ ਜੀ ਗਲੀ ਬੰਦ ਕਰੀ ਹੋਈ ਹੈ ਇਹ ਤਾਂ ਸਾਡੀ ਆਪਣੀ ਜਗ੍ਹਾ ਹੈ ਇਹ ਤਾਂ ਆਪਣੀ ਜਗ੍ਹਾ ਤੇ ਅਸੀਂ ਬਿਲਡਿੰਗ ਬਣਾਈ ਹੈ ਉਹ ਨਾਲ ਵਾਲੀ ਗਲੀ ਹੋਈ ਸਰਕਾਰੀ ਹੈ ਸਰਕਾਰੀ ਗਲੀ ਨੂੰ ਅਗਲੇ ਨੇ ਐਕਵਾਇਰ ਕਰੇ ਹੋਏ ਆ 6,42,000 ਦੇਣ ਦੇ ਬਾਵਜੂਦ ਵੀ ਤੁਹਾਡੀ ਬਿਲਡਿੰਗ ਗਿਰਾਈ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ 6,42,000 ਦੀ ਸਾਡੇ ਕੋਲ ਰਸੀਦ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਵੀ ਬਿਲਡਿੰਗ ਢਾ ਰਹੇ ਆ ਕੀ ਕੋਈ ਨੋਟਿਸ ਆਇਆ ਤੁਹਾਨੂੰ ਕੋਈ ਨੋਟਿਸ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਨਹੀਂ ਆਇਆ ਸਰ ਸਾਨੂੰ ਆਰਡਰ ਪੇਸ਼ ਕੀਤੇ ਜਾਣ ਕਿੰਨੀ ਬਿਲਡਿੰਗ ਢਾਣੀ ਹੈ ਕਿੰਨੀ ਉਹਨਾਂ ਨੂੰ ਹੁਣ ਤੁਸੀਂ ਰੋਕਦੇ ਪਏ ਹੋ ਇਹਨਾਂ ਨੂੰ ਹਾਂਜੀ ਰੋਕ ਰਹੇ ਹਾਂ ਪੈਸੇ ਜਮ੍ਹਾਂ ਕਰਾਇਆ ਕੰਪਾਊਂਡਿੰਗ ਫੀਸ ਜਮ੍ਹਾਂ ਹੋਈ ਹੋਈ ਆ ਹਾਈ ਕੋਰਟ ਦੀ ਰਿਟ ਲੱਗੀ ਹੋਈ ਆ ਉਹਦੇ ਬਾਵਜੂਦ ਵੀ ਕਾਰਵਾਈ ਐਵੇਂ ਧੱਕਾ ਕਰੀ ਜਾ ਰਹੇ ਨਜਾਇਜ਼ ਕਾਰਵਾਈ ਕਾਦੀ ਕੀਤੀ ਗਈ ਹੈ ਉਹਨਾਂ ਪਰ ਨਜਾਇਜ਼ ਧੱਕਾ ਜੀ ਕਾਹਦਾ ਧੱਕਾ ਕਰਾ ਕੀ ਤੋਂ ਮੈਂ ਉਹ ਧੱਕਾ ਕਹਿੰਦੇ ਯਾਨੀ ਕਿ ਕਿ ਇਲੀਗਲ ਬਿਲਡਿੰਗ ਵਧਾਈ ਆ ਲੀਗਲ ਆ ਬਿਲਡਿੰਗ ਆ ਪੈਸੇ ਜਮ੍ਹਾਂ ਕਰਾਏ ਆ ਸਾਰੇ ਪੈਸੇ ਜਮ੍ਹਾਂ ਹੋਏ ਆ ਕੰਪਾਊਂਡਿੰਗ ਫੀਸ ਦੇ ਪੈਸੇ ਪੂਸੇ ਲੈ ਕੇ ਜਾਂਦੇ ਤੁਹਾਡੇ ਤੋਂ ਨਹੀਂ ਕੋਈ ਅਫਸਰ ਪੈਸੇ ਕੋਈ ਗੱਲ ਨਹੀਂ ਹੈਗੀ ਸਾਡੀ ਕੋਈ ਜੋ ਫੀਸ ਹੈਗੀ ਜਮ੍ਹਾਂ ਹੋਈ ਸਰਕਾਰੀ ਫੀਸ ਸਾਰੀ ਰੈਟ ਕਦੋਂ ਲਾਈ ਤੁਸੀਂ ਹਾਈ ਬਸ ਕੋਰਟ ਹਾਂਜੀ ਹਾਈ ਕੋਰਟ ਦੀ ਰੈਟ ਕਦੋਂ ਲਾਈ ਹੈ ਤੁਸੀਂ ਆ ਹੋ ਗਈ ਹਫਤਾ ਹੋ ਗਿਆ ਤੇ ਕੋਈ ਡਿਸੀਜਨ ਆਇਆ ਹਾਈ ਅਜੇ ਕੋਰਟ ਕੁਝ ਨਹੀਂ ਆਇਆ ਜੀ ਅਪੀਲ ਲੱਗੀ ਹੋਈ ਆ ਸੋਮਵਾਰ ਦੀ ਤਰੀਕ ਹੈਗੀ ਆ ਸੋਮਵਾਰ ਤਰੀਕਾ ਫਿਰ ਇਹ ਕਿਸ ਪੋਜੀਸ਼ਨ ਦੇ ਵਿੱਚ ਤੁਹਾਡੇ ਕੋਲ ਇੱਥੇ ਬਸ ਧੱਕਾ ਨਜਾਇਜ਼ ਪਰ ਉਹ ਤਾਂ ਕਹਿੰਦੇ ਸਾਨੂੰ ਆਰਡਰ ਆ ਹਾਈ ਕੋਰਟ ਤੋਂ ਬਸ ਧੱਕਾ ਹੀ ਆ ਬਸ ਕਿ ਜੋ ਮਰਜ਼ੀ ਕਰੀ ਜਾਣੇ ਆ ਨਹੀਂ ਨਹੀਂ ਇਹਨੂੰ ਧੱਕਾ ਕਿੱਦਾਂ ਕਹਿ ਸਕਦੇ ਮਤਲਬ ਇਹ ਤਾਂ ਕਹਿੰਦੇ ਸਾਡੇ ਕੋਲ ਆਰਡਰ ਹੈ ਜੀ ਉਹ ਹਾਈ ਕੋਰਟ ਦੇ ਆਰਡਰ ਹੈਗੇ ਤਾਂ ਉਹਦੀ ਖਿਲਾਫ ਅਪੀਲ ਤਾਂ ਅਸੀਂ ਲਾਈ ਨਾ ਸਾਨੂੰ ਜਦੋਂ ਆਰਡਰ ਆਇਆ ਉਸ ਤੋਂ ਬਾਅਦ ਅਸੀਂ ਅਪੀਲ ਲਾਈ ਆ ਉਹਦੀ ਉਹ ਅਪੀਲ ਦੀ ਉਹ ਤਾਂ ਹੋਏਗੀ ਨਾ ਕਾਰਵਾਈ ਕੰਪਾਊਂਡਿੰਗ ਫੀਸ ਭਰਤੀ ਫਿਰ ਵੀ ਤੋੜਨ ਆ ਗਏ ਫਿਰ ਵੀ ਤੋੜਦੇ ਪਏ ਭਰੀਏ ਫੀਸ ਕਰੋ ਭਰੀਏ ਫੀਸ ਭਰਨ ਨੂੰ ਹੋ ਗਈ ਆ 3-4 ਮਹੀਨੇ ਹੋ ਗਏ ਆ 4-5 ਮਹੀਨੇ ਹੋ ਗਏ ਆ 4-5 ਮਹੀਨੇ ਹੋ ਗਏ ਹਾਂ ਮਤਲਬ ਫੀਸ ਲੈਣ ਤੋਂ ਬਾਅਦ ਵੀ ਤੁਹਾਡੀ ਬਿਲਡਿੰਗ ਤੋੜਨ ਆਏ ਆ 28/3/2025 ਦੀ ਕਰਾਈ ਹੋਈ ਹੈ ਭਾਈ ਹਾਈ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਕਦੋਂ ਆਇਆ ਸੀਗਾ ਜੀ ਇਹ ਵੀ ਮੇਰੇ ਖਿਆਲ 5-6 ਮਹੀਨੇ ਆਇਆ ਜੀ ਸ਼ਾਇਦ 5-6 ਮਹੀਨੇ ਹਾਂ। ਨਹੀਂ ਆ ਫੀਸ ਭਰਨ ਤੋਂ ਪਹਿਲਾਂ ਆਇਆ ਸੀ ਕਿ ਬਾਅਦ ਚੋਂ ਆਇਆ ਬਾਅਦ ਚੋਂ ਆਇਆ ਜੀ ਫੀਸ ਭਰਨ ਤੋਂ ਬਾਅਦ ਚੋਂ ਆਇਆ ਹਾਂਜੀ 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 ਤੁਸੀਂ ਉੱਤੇ ਰੇਟ ਲਾਈ ਹੋਈ ਹੈ ਉਹ ਤੇ ਲਾਈ ਹੋਈ ਹੈ ਜੀ। ਦਿਖਾਈ ਹੈ ਰੇਟ ਦੀ ਕਾਪੀ ਹੈਗੀ ਤੁਹਾਡੇ ਕੋਲ ਉਹ ਉਹਨਾਂ ਨੂੰ ਕਿਹਾ ਸੁਣਦੇ ਨਹੀਂ ਕੋਈ ਕਹਿੰਦਾ ਸਾਡੇ ਕੋਲ ਕੋਈ ਨਹੀਂ ਹੁਣ ਹੈ ਮੌਜੂਦ ਰੇਟ ਦੀ ਕਾਪੀ ਉਹ ਸਾਡੇ ਕੋਲ ਸਿਰ ਕਿਹਾ ਵਾ ਕੋਈ ਦਿਖਾਈ ਦੇ ਸਾਨੂੰ ਨਾ ਕਾਗਜ਼ ਦਿਖਾਇਆ ਕੁਛ ਦਿਖਾਇਆ ਸੀ ਆ ਕਾਰਵਾਈ ਤੁਸੀਂ ਰੇਟ ਲਾਈ ਹੈ ਕੋਈ ਡਾਕੂਮੈਂਟ ਹੈ ਤੁਹਾਡੇ ਕੋਲ ਸਾਡੇ ਕੋਲ ਅਪੀਲ ਹੈਗੀ ਜੀ ਕੀਤੀ ਜਿਹੜੀ ਕਿੱਥੇ ਆ ਅਪੀਲ ਅਪੀਲ ਹੁਣ ਮੰਗਾਣੀ ਪਊਗੀ ਅਪੀਲ ਮੰਗਾ ਲਓ ਫਿਰ ਤੁਹਾਡਾ ਤਾਂ ਹੀ ਜਸਟੀਫਾਈ ਤੇ ਭਾਈ ਉਹ ਧੱਕਾ ਹੀ ਕਰ ਰਹੇ ਨਜਾਇਜ਼ ਧੱਕਾ ਕਰੀ ਜਾ ਰਹੇ ਜਗ੍ਹਾ ਇਹਨੇ ਖਰੀਦੀ ਸੀਗੀ ਜੀ ਠੀਕ ਹੈ ਜੀ ਉਹਦੇ ਵਿੱਚੋਂ 144 ਗਜ ਇੰਪਰੂਵਮੈਂਟ ਟਰਸਟ ਨੇ ਐਕਵਾਇਰ ਕਰ ਲਈ ਆ ਉਹ ਪੁਰਾਣੀ ਰਜਿਸਟਰੀ ਵਸੀਕਾ ਨੰਬਰ 3820 1/8/1972 ਦੀ ਹੈਗੀ ਆ ਉਹਦੇ ਵਿੱਚ ਸਾਫ਼ ਮੈਂਸ਼ਨ ਕੀਤਾ ਹੋਇਆ ਇਹ ਕਿ 144 ਗਜ ਜਗ੍ਹਾ ਇੰਪਰੂਵਮੈਂਟ ਟਰਸਟ ਨੇ ਐਕਵਾਇਰ ਕਰ ਲਈ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਮਾਲਕ ਸੀਗੀ ਮਾਇਆ ਦੇਵੀ ਉਹਨੂੰ ਉਸ ਚੀਜ਼ ਦੀ ਪੇਮੈਂਟ ਵੀ ਹੋ ਚੁੱਕੀ ਹੈਗੀ ਆ ਤੇ ਉਹਦੀ ਰਸੀਦ ਵੀ ਮੈਂ ਉੱਥੋਂ ਕਢਵਾ ਕੇ ਕਾਰਪੋਰੇਸ਼ਨ ਦੇ ਵਿੱਚ ਲਗਾਤੀ ਹੈ ਕੰਪਲੇਂਟ ਲਗਾਈ ਹੋਈ ਹੈ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈਗੀ ਮਤਲਬ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਤੇ ਕਬਜ਼ਾ ਵਾ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਤੇ ਕਬਜ਼ਾ ਆ ਸਰਕਾਰੀ ਗਲੀ ਵੀ ਕਬਜ਼ਾ ਕੀਤੀ ਹੋਈ ਹੈ ਉਹ ਗਲੀ ਸਾਰੀ ਆਰ ਪਾਰ ਆ ਜੀ ਇਹ ਆਰ ਪਾਰ ਨਿਕਲ ਦੀ ਗਲੀ ਹੈ ਇਹ ਸਾਰੀ ਹਾਂਜੀ 2016-17 ਚ ਦੁਬਾਰਾ ਦੀ ਬਿਲਡਿੰਗ ਬਣੀ ਹੈ ਇਹ 15 ਚ ਇਹਨੇ ਉਹਦਾ 1 ਰੁਪਿਆ ਨਹੀਂ ਜਮ੍ਹਾਂ ਕਰਾਇਆ ਸੀਐਲਯੂ ਦਾ ਕੋਈ ਪੇਸ਼ 2015 ਚ ਬਿਲਡਿੰਗ ਬਣੀ ਆ ਉਸ ਵੇਲੇ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਸੀਗਾ ਕਿ ਗਲੀ ਅਸੀਂ ਕਿਹਾ ਹੁਣ ਦੱਸੋ ਕਿ ਬਿਲਡਿੰਗ ਢਾਣ ਆਇਓ ਕੀ ਹੈ ਕੀ ਮਾਮਲਾ ਕੀ ਹੈਗਾ ਵਾ ਇਹ ਨਾ ਜੀ ਇਹਦੇ ਚ ਜਿਹੜੀ ਕੰਸਟਰਕਸ਼ਨ ਆ ਉਹ ਇਲੀਗਲ ਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਆ ਜਿਹੜੀ ਤਾਂ ਕੰਪਾਊਂਡੇਬਲ ਸੀਗੀ ਉਹਦੀ ਤਾਂ ਫੀਸ ਇਹਨਾਂ ਨੇ ਭਰਤੀ ਸੀਗੀ ਬਾਕੀ ਜਿਹੜੀ ਇਲੀਗਲ ਸੀਗੀ ਉਹ ਇਹਨਾਂ ਨੇ ਆਪ ਹਲਫੀਆ ਬਿਆਨ ਦਿੱਤਾ ਸੀਗਾ ਵੀ ਅਸੀਂ ਜਿਹੜੀ ਸਾਡੀ ਇਲੀਗਲ ਕੰਸਟਰਕਸ਼ਨ ਆ ਅਸੀਂ ਆਪ ਰਿਮੂਵ ਕਰਾਂਗੇ ਤੇ ਉਹ ਤੋਂ ਬਾਅਦ ਹਾਈ ਕੋਰਟ ਦੇ ਆਰਡਰ ਨੇ ਵੀ ਇਹਨੂੰ ਰਿਮੂਵ ਕਰਨਾ ਜਿਹੜਾ ਇਲੀਗਲ ਪਾਰਟ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਸਾਰੀ ਬਿਲਡਿੰਗ ਗਿਰਾਈ ਜਾਏਗੀ ਨਹੀਂ ਜਿਹਦੇ ਇਹਦੇ ਆਰਡਰ ਹੋਏ ਨੇ ਕਮਿਸ਼ਨਰ ਸਾਹਿਬ ਵੱਲੋਂ ਵੀ ਆਰਡਰ ਨੇ ਇਸ ਕਰਕੇ ਅਸੀਂ ਕਾਰਵਾਈ ਕਰਾਂਗੇ ਠੀਕ